ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ। ਮੈਂ ਹਾਂ ਰਮਨਦੀਪ ਸਿੰਘ ਸੋਢੀ। ਅੱਜ ਜਗਬਾਣੀ ਦੇ ਸਟੂਡੀਓ 'ਚ ਮੌਜੂਦ ਨੇ ਭਾਰਤ ਸਰਕਾਰ 'ਚ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ ਸਾਹਿਬ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜਿੱਥੇ ਉਹਨਾਂ ਨੂੰ ਜਲੰਧਰ ਦੀ ਬਾਈ ਇਲੈਕਸ਼ਨ 'ਤੇ ਸਵਾਲ ਕਰਾਂਗੇ, ਉੱਥੇ ਦੇਸ਼ ਦੀ ਸਿਆਸਤ 'ਤੇ ਵੀ ਉਹਨਾਂ ਦੇ ਨਾਲ ਸੰਵਾਦ ਕੀਤਾ ਜਾਵੇਗਾ। ਪੁਰੀ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਜਗਬਾਣੀ ਦੇ ਸਟੂਡੀਓ 'ਚ। ਸਭ ਤੋਂ ਪਹਿਲਾਂ ਤਾਂ ਪੁਰੀ ਸਾਹਿਬ, ਆਪਾਂ ਪੰਜਾਬ ਬੈਠੇ ਹਾਂ ਅਤੇ ਪਹਿਲੀ ਟਿੱਪਣੀ ਤੁਹਾਡੀ ਮੈਂ ਜਲੰਧਰ ਦੀ ਬਾਈ ਇਲੈਕਸ਼ਨ 'ਤੇ ਲੈਣੀ ਚਾਹੂੰਗਾ। ਤੁਹਾਨੂੰ ਸਿਨੈਰੀਓ ਕੀ ਨਜ਼ਰ ਆ ਰਿਹਾ? देखो जी, ਜਲੰਧਰ ਦੀ ਬਾਈ ਇਲੈਕਸ਼ਨ ਜਾਂ ਕੋਈ ਵੀ ਬਾਈ ਇਲੈਕਸ਼ਨ, ਉਹਦੀ ਆਪਣੀ ਇੱਕ ਮਾਹੌਲ ਹੁੰਦਾ ਹੈ। ਤੇ ਇਹ ਜਲੰਧਰ ਦੀ ਬਾਈ ਇਲੈਕਸ਼ਨ ਅਗਲੇ ਚੁਣਾਵ, ਮੈਂ ਜਨਰਲ ਇਲੈਕਸ਼ਨ ਦੀ ਗੱਲ ਕਰ ਰਿਹਾ, ਤੁਸੀਂ ਚਲੋ ਅਪ੍ਰੈਲ 'ਚ ਹੈਗੇ, ਅਤੇ ਇਹ ਲਿਮਿਟਿਡ ਡਿਊਰੇਸ਼ਨ ਵਾਸਤੇ ਜਿਹੜਾ ਵੀ MP ਇਲੈਕਟ ਤੁਸੀਂ ਕਰੋਗੇ ਜੀ, ਉਹਨੂੰ 1 ਸਾਲ ਦਾ ਮੌਕਾ, ਮੁਸ਼ਕਿਲ ਲਗਭਗ ਸਾਲ ਤੋਂ ਘੱਟ ਟਾਈਮ ਮਿਲੇਗਾ ਸਮਾਂ ਜੀ। ਹਾਂਜੀ, ਅਗਰ ਜਲੰਧਰ ਦੀ ਇਲੈਕਟੋਰੇਟ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਦਾ ਕੋਈ ਕੈਂਡੀਡੇਟ ਚੁਣਦੀ ਹੈ, ਜਿਹੜਾ ਪਿਛਲਾ ਸਾਡਾ ਤਜਰਬਾ ਰਿਹਾ ਪਿਛਲੇ 2 ਸਾਲ ਦਾ, ਇਹਨਾਂ ਨੇ ਤੇ ਹਾਊਸ ਦੀ ਵੈਲੇ ਜਾ ਕੇ ਹੱਲਾ ਹੀ ਮਚਾਉਣਾ ਜੀ। ਅਤੇ ਇਸ ਲਈ ਉਹ ਤੇ ਜਲੰਧਰ ਦੀ ਜਨਤਾ ਵਾਸਤੇ, ਉਹਨਾਂ ਦੇ ਮੈਨੂੰ ਤਾਂ ਲੱਗਦਾ ਉਹਨਾਂ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ ਜੀ। ਇਸ ਵਕਤ ਪੋਲੀਟੀਕਲ ਸਥਿਤੀ, ਪੋਲੀਟੀਕਲ ਸਿਚੁਏਸ਼ਨ ਪੰਜਾਬ ਵਿੱਚ ਕੀ ਹੈ? 13 ਮਹੀਨੇ ਪਹਿਲੇ ਚੁਣਾਵ ਹੋਏ ਸੀ, ਇੱਕ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀਗੀ। ਮੈਨੂੰ ਲੱਗਦਾ ਹੈ, ਮੈਂ ਬੜਾ ਪ੍ਰਾਊਡ ਪੰਜਾਬੀ ਅਤੇ ਸਿੱਖ ਹਾਂ, ਮੈਨੂੰ ਲੱਗਦਾ ਜੋ ਪੰਜਾਬ ਦੀ ਹਾਲਤ ਸੀਗੀ 13 ਮਹੀਨੇ ਪਹਿਲੇ, ਉਹ ਹੋਰ ਖਰਾਬ ਹੋ ਗਈ ਹੈ ਜੀ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹਦਾ ਸਾਰਾ ਜੋ ਬਲੇਮ ਹੈ ਆਮ ਆਦਮੀ ਪਾਰਟੀ ਨੂੰ ਜਾਂ ਕੇਜਰੀਵਾਲ ਜੀ ਜਾਂ ਮਾਨ ਨੂੰ ਜਾਣਾ, ਮੈਂ ਉਹ ਮੇਰਾ ਥੀਸਿਸ ਹੀ ਨਹੀਂ ਹੈ। ਪਰ ਮੈਂ ਇਹ ਕਹਿਣਾ ਕਿ 13 ਮਹੀਨੇ ਪਹਿਲੇ ਜਿਹੜਾ ਚੁਣਾਵ ਹੋਇਆ ਸੀ, ਇਹਨਾਂ ਨੇ ਜੋ ਵਾਅਦੇ ਕੀਤੇ ਸੀ, ਨਸ਼ਾ ਮੁਕਤੀ, ਲਾਅ ਐਂਡ ਆਰਡਰ ਠੀਕ ਕਰ ਦਿਆਂਗੇ, ਬੇਅਦਬੀ, ਮਤਲਬ ਕੋਈ ਵੀ ਮੁੱਦਾ ਲੈ ਲਓ, ਹਰ ਇੱਕ ਪਰਿਵਾਰ ਹੈ ਜਿਹੜੀ ਸਾਡੀ ਕੋਈ ਭੈਣ ਜਾਂ ਡਾਟਰ ਹੋਏ ਤਾਂ ਉਹਨਾਂ ਨੂੰ 1000 ਰੁਪਏ ਮਹੀਨਾ, ਬੜੇ ਇਹਨਾਂ ਨੇ ਵਾਅਦੇ ਕੀਤੇ ਸੀਗੇ। ਇਸ ਵਕਤ ਪੰਜਾਬ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਮੇਰੀ ਅਸੈਸਮੈਂਟ ਵਿੱਚ ਰੀਸੈਂਟ ਹਿਸਟਰੀ 'ਚ ਵਰਸਟ ਪੁਆਇੰਟ 'ਤੇ ਹੈ। ਇੱਥੇ ਐਕਸਟੋਰਸ਼ਨ, ਟਾਰਗੇਟਡ ਕਿਲਿੰਗਸ ਹੋ ਰਹੀਆਂ ਨੇ, ਅਤੇ ਸਰਕਾਰ ਦੀ ਜਿਹੜੀ ਪੋਲੀਟੀਕਲ ਐਨਰਜੀ ਹੈ ਜੀ, ਉਹ ਪੰਜਾਬ ਨੂੰ ਬਚਾਉਣ 'ਚ ਨਹੀਂ ਲੱਗੀ, ਉਹ ਆਪਣੇ ਇੱਕ ਕਿਸਮ ਦੀ ਰਾਜਨੀਤੀ ਨੂੰ ਚਲਾਉਣ ਵਿੱਚ ਲੱਗੀ ਹੋਈ ਹੈ। ਇਸ ਲਈ ਜਲੰਧਰ ਦੀ ਇਲੈਕਸ਼ਨ ਕਿਉਂ ਇੰਪੋਰਟੈਂਟ ਹੈ? ਇੱਕ ਤਰੀਕੇ ਨਾਲ ਇਹ ਬੈਰੋਮੀਟਰ ਹੈਗਾ ਕਿ ਜੋ ਆਮ ਆਦਮੀ ਪਾਰਟੀ 13 ਮਹੀਨੇ ਪਹਿਲੇ ਆਈ ਹੈ, ਉਹਨਾਂ ਨੇ ਕੋਈ ਪੰਜਾਬ ਵਿੱਚ ਇਹੋ ਜਿਹਾ ਕੰਮ ਕੀਤਾ। ਦੇਖੋ, ਪਿਛਲਾ ਜਿਹੜਾ ਚੁਣਾਵ ਸੀਗਾ 13 ਮਹੀਨੇ ਪਹਿਲੇ ਵਾਲਾ, ਉਹ ਸਾਰੀਆਂ ਪੋਲੀਟੀਕਲ ਫਾਰਮੇਸ਼ਨ ਦੇ ਖਿਲਾਫ ਸੀਗਾ ਜੀ। ਉਹਦੇ ਅਸੀਂ ਵੀ ਉਹਦੇ ਸ਼ਾਮਿਲ ਹਾਂ, ਪਰ ਕਿਉਂਕਿ ਅਸੀਂ ਗਠਬੰਧਨ ਵਿੱਚ ਜੂਨੀਅਰ ਪਾਰਟਨਰ ਸੀਗੇ, ਇਸ ਲਈ ਅਪੋਰਸ਼ਨਮੈਂਟ ਆਫ ਬਲੇਮ ਵਿੱਚ ਸਾਨੂੰ ਘੱਟ ਬਲੇਮ ਮਿਲਦਾ। ਪਰ ਆਮ ਆਦਮੀ ਪਾਰਟੀ ਨੇ ਕਿਹਾ ਸੀ ਅਸੀਂ ਲਾਅ ਐਂਡ ਆਰਡਰ ਠੀਕ ਕਰ ਦਾਂਗੇ, ਅਸੀਂ ਨਸ਼ੇ ਤੋਂ ਮੁਕਤੀ ਦਿਲਾ ਦਾਂਗੇ, ਇਹ ਕਰ ਦਾਂਗੇ। ਉਹ ਤੇ 13 ਮਹੀਨੇ ਮੇਰੇ ਹਿਸਾਬ ਨਾਲ ਤੇ ਟੋਟਲ ਫੇਲੀਅਰ ਨੇ। ਹੁਣ ਅਸੀਂ ਕੀ ਜਨਤਾ ਦੇ ਸਾਹਮਣੇ ਰੱਖਾਂਗੇ? ਹਾਂ, ਅਜਿਹੇ ਦੌਰ 'ਚ ਤੁਸੀਂ ਭਾਜਪਾ ਦੀ ਸਥਿਤੀ ਕਿਵੇਂ ਵੇਖਦੇ? ਮੈਂ ਭਾਜਪਾ ਦੀ ਸਥਿਤੀ ਚੰਗੀ ਇਸ ਲਈ ਸਮਝਣਾ ਕਿ ਇੱਕ ਤਾਂ ਭਾਜਪਾ ਇਸ ਚੁਣਾਵ ਨੂੰ ਬੜਾ ਸੀਰੀਅਸਲੀ ਲੈ ਰਹੀ ਹੈ। ਨਹੀਂ ਤਾਂ ਬਾਈ ਇਲੈਕਸ਼ਨ ਵਿੱਚ ਕੋਈ ਸੈਂਟਰ ਤੋਂ ਲੋਕ ਨਹੀਂ ਆਉਂਦੇ। ਹੁਣ ਸੈਂਟਰਲ ਸਾਡੇ ਦਿੱਲੀੋਂ ਕਾਰਿਆਕਰਤਾ ਹੋਏ ਨੇ, ਬਾਕੀ ਇੱਥੇ ਜ਼ਿਲ੍ਹਿਆਂ ਤੋਂ ਲੋਕ ਆਏ ਹੋਏ ਨੇ। ਅਸੀਂ ਇਹਨੂੰ ਸੀਰੀਅਸਲੀ ਇਸ ਲਈ ਲੈਂਦੇ ਹਾਂ ਕਿਉਂਕਿ ਅਸੀਂ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਜਿਨ੍ਹਾਂ ਰਾਜਾਂ 'ਚ, ਉੱਥੇ ਡਬਲ ਇੰਜਨ ਸਰਕਾਰ ਉਹ ਚੰਗਾ ਰਿਹਾ। ਹੁਣ ਪੰਜਾਬ ਵਿੱਚ ਅਸੀਂ ਜਿਹੜਾ ਪਿਛਲੇ 13 ਮਹੀਨੇ ਪਹਿਲੇ ਜਿਹੜੀ ਵਿਧਾਨ ਸਭਾ ਦੇ ਚੁਣਾਵ, ਉਸ ਨੂੰ ਤਾਂ ਅਸੀਂ ਨਹੀਂ ਬਦਲ ਸਕਦੇ, ਪਰ ਅਸੀਂ ਕੰਮ ਦਿਖਾਉਣਾ ਚਾਹੁੰਦੇ ਹਾਂ ਕਿ ਜਿਹੜੀ ਬਾਈ ਇਲੈਕਸ਼ਨ ਵਿੱਚ ਅਸੀਂ ਇਸ ਬਾਈ ਇਲੈਕਸ਼ਨ ਦੇ ਥਰੂ ਇੱਕ ਮੈਸੇਜ ਭੇਜਣਾ ਚਾਹੁੰਦੇ ਹਾਂ। ਅਤੇ ਅਜੇ ਤਾਂ ਹੁਣੇ ਬਾਈ ਇਲੈਕਸ਼ਨ ਦਾ ਕੰਮ ਸ਼ੁਰੂ ਹੋਇਆ। ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ 3-4 ਦਿਨਾਂ 'ਚ ਅਸੀਂ ਇਹੋ ਜਿਹੀ ਸਿਚੁਏਸ਼ਨ ਪੈਦਾ ਕਰ ਲਾਂਗੇ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਮੈਸੇਜ ਹੈ, ਸਾਡੇ ਪਰਿਵਾਰ ਦਾ ਜੋ ਮੈਸੇਜ ਹੈ, ਦੇਸ਼ ਭਰ 'ਚ ਅਸੀਂ ਜੋ ਕਰ ਰਹੇ ਹਾਂ, ਉਹਦਾ ਲਾਭ ਜਲੰਧਰ ਨੂੰ ਵੀ ਮਿਲੇ। ਪੁਰੀ ਸਾਹਿਬ, ਪੋਲੀਟੀਕਲ ਪੰਡਤ ਇਹ ਵੀ ਗੱਲ ਕਹਿੰਦੇ ਕਿ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਟੁੱਟ ਗਿਆ, ਭਾਜਪਾ ਨੂੰ ਪਿੰਡਾਂ 'ਚ ਨੁਕਸਾਨ ਹੋ ਗਿਆ ਅਤੇ ਅਕਾਲੀਆਂ ਨੂੰ ਸ਼ਹਿਰਾਂ 'ਚ ਨੁਕਸਾਨ ਹੋ ਗਿਆ। ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਜਾਂ ਨਹੀਂ? ਮੈਂ ਇਸ ਗੱਲ ਨਾਲ ਸਹਿਮਤ ਹਾਂ ਵੀ ਅਤੇ ਨਹੀਂ ਵੀ। ਸਾਨੂੰ ਨੁਕਸਾਨ ਹੋਇਆ, ਉਹ ਤਾਂ ਹੋਇਆ, ਬਟ ਭਾਜਪਾ ਨੂੰ ਅਕਾਲੀਆਂ ਨਾਲ ਗਠਬੰਧਨ ਕਰਨੇ 'ਚ ਨੁਕਸਾਨ ਸਿਰਫ ਪਿੰਡਾਂ 'ਚ ਨਹੀਂ ਹੈ, ਉੱਥੇ ਨੁਕਸਾਨ ਨਹੀਂ ਹੋਇਆ ਸੀ, ਸੀਗਾ ਹੀ ਨਹੀਂ।
ਮੈਨੂੰ ਸਮਝਦਾ ਉਸਦੇ ਸਾਨੂੰ ਫਾਇਦਾ ਹੋ ਸਕਦਾ, ਕਿਉਂਕਿ ਅਸੀਂ ਪਿੰਡਾਂ 'ਚ ਨਹੀਂ ਸੀਗੇ, ਉਹਨਾਂ ਨੇ ਸਾਨੂੰ ਜਿਹੜੇ ਪਿੰਡ ਦੇ ਹਲਕੇ ਨੇ ਉੱਥੇ ਸਾਨੂੰ ਘੁਸਣ ਹੀ ਨਹੀਂ ਦਿੱਤਾ, ਉਹਨਾਂ ਨੇ ਸਾਡੀ ਲੀਡਰਸ਼ਿਪ ਨੂੰ ਖੜੀ ਨਹੀਂ ਹੋਣ ਦਿੱਤੀ ਹੈ, ਉਹ ਸਾਨੂੰ ਫਾਇਦਾ ਹੋਏਗਾ। ਬਟ ਅਕਾਲੀ ਦਲ ਨਾਲ ਗਠਬੰਧਨ ਦੇ ਸਾਨੂੰ ਹੋਰ ਬੜੇ ਨੁਕਸਾਨ ਹੋਏ ਨੇ। ਹੁਣ ਬਾਦਲ ਸਾਹਿਬ ਦੇ ਹੁਣੇ ਗੁਜ਼ਰੇ ਨੇ ਤਾਂ ਮੈਂ ਹੁਣ ਕੁਝ ਕਹਿਣਾ ਨਹੀਂ ਚਾਹੁੰਦਾ। ਦੇਖੋ ਬਾਦਲ ਸਾਹਿਬ ਦਾ ਸਟੇਚਰ ਸੀਗਾ, ਬਾਦਲ ਸਾਹਿਬ 5 ਵਾਰ ਚੀਫ ਮਿਨਿਸਟਰ ਰਹਿ ਚੁੱਕੇ ਸੀ, ਉਹਨਾਂ ਦਾ ਪਰਸਨਲ ਸਟੇਚਰ ਸੀਗਾ। ਪਰ ਜੋ ਅਕਾਲੀ ਦਲ ਦੀ ਜਿਹੜੀ ਓਰੀਐਂਟੇਸ਼ਨ ਸੀਗੀ ਪਿਛਲੇ ਕਈ ਸਾਲਾਂ 'ਚ ਪੋਲੀਟੀਕਲ ਬਾਕੀ ਮਾਮਲਿਆਂ 'ਚ, ਉਹਦੇ ਨਾਲ ਸਾਨੂੰ ਨੁਕਸਾਨ ਹੋਇਆ। ਹੁਣ ਮੈਨੂੰ ਲੱਗਦਾ ਹੈ ਕਿ ਇਸ ਗਠਬੰਧਨ ਦੇ ਟੁੱਟਣ ਦੇ ਬਾਅਦ ਅਸੀਂ ਆਪਣੇ ਪੈਰਾਂ 'ਤੇ ਖੜੇ ਹੋ ਰਹੇ ਹਾਂ, ਅਸੀਂ ਆਪਣੇ ਪੈਰਾਂ 'ਤੇ ਖੜੇ ਹੋਣਾ ਸਿੱਖ ਜਾਵਾਂਗੇ ਅਤੇ ਆਉਣ ਵਾਲੇ ਸਮੇਂ 'ਚ ਅਸੀਂ ਜੋ ਭਾਜਪਾ ਜਿਹੜਾ ਸਬਕਾ ਸਾਥ ਸਬਕਾ ਵਿਕਾਸ ਦਾ ਮਾਡਲ ਹੈਗਾ, ਜਿਹਦੇ ਕਾਰਨ ਬਾਕੀ ਦੇਸ਼ ਪਰ ਡਬਲ ਇੰਜਨ ਸਰਕਾਰਾਂ ਚੱਲੀਆਂ ਨੇ, ਅਸੀਂ ਪੰਜਾਬ ਵਿੱਚ ਵੀ ਉਸ ਨੂੰ ਆਹਿਸਤਾ ਆਹਿਸਤਾ ਹੁਣ ਤੋਂ ਲੈ ਕੇ 2024 ਅਤੇ ਉਹਦੇ ਬਾਅਦ ਜਿਹੜੇ 2025 ਦੇ ਚੁਣਾਵ, ਉੱਥੇ 27 ਦੇ ਚੁਣਾਵ ਨੇ, ਅਸੀਂ ਉੱਥੇ ਭਾਰਤੀ ਜਨਤਾ ਪਾਰਟੀ ਨੂੰ ਖੜਾ ਕਰ ਲਾਂ। ਪੁਰੀ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਅਕਾਲ ਚਲਾਣੇ ਤੋਂ ਬਾਅਦ ਇੱਕ ਨੈਰੇਟਿਵ ਵੀ ਖੜਾ ਹੋਇਆ, ਬੇਸ਼ੱਕ ਇਹ ਹਾਈਪੋਥੈਟੀਕਲ ਚਰਚਾ ਹੀ ਹੈ ਕਿ ਸਾਰੀ ਭਾਜਪਾ ਅਫਸੋਸ ਕਰਨ ਆਈ ਹੈ ਜੀ, ਮੋਦੀ ਸਾਹਿਬ ਆਏ ਹੈ, ਤੁਸੀਂ ਪੁੱਜੇ, ਨੱਡਾ ਸਾਹਿਬ ਆਏ, ਕਹਿੰਦੇ ਕਿ ਦੇਰ ਆਰ ਸਮ ਚਾਂਸਸ ਕਿ ਇਕੱਠੇ ਹੋ ਸਕਦੇ। ਵੈਸੇ ਤੁਸੀਂ ਕਲੀਅਰ ਕਰ ਚੁੱਕੇ ਹੋ ਆਲਰੇਡੀ, ਪਰ ਤੁਹਾਨੂੰ ਲੱਗਦਾ ਕਿ ਕੁਝ ਇਸ ਤਰ੍ਹਾਂ ਦੀ ਗੱਲਬਾਤ ਬਣ ਸਕਦੀ ਹੈ? ਦੇਖੋ ਜੀ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੀ ਦੇ ਵਾਸਤੇ ਪਰਸਨਲ ਰਿਗਾਰਡ ਮਾਨनीय ਪ੍ਰਧਾਨ ਮੰਤਰੀ ਜੀ ਦਾ ਉਹ ਸਭ ਨੂੰ ਪਤਾ ਹੈ। ਉਹਨਾਂ ਦੇ ਕੋਲੋਂ ਆਸ਼ੀਰਵਾਦ ਲੈਂਦੇ ਸੀਗੇ, ਉਹਨਾਂ ਨੇ ਜੋ ਇੱਕ ਟ੍ਰਿਬਿਊਟ ਲਿਖੀ ਹੈ ਉਹਨਾਂ ਵਾਸਤੇ, ਉਹ ਬੜੀ ਇਟਸ ਹਾਰਟਫੈਲਟ ਟ੍ਰਿਬਿਊਟ, ਦੇयर ਇਜ਼ नो ਮਿਸਟੇਕਿੰਗ ਔਨ ਦੈਟ। ਬਟ ਤੁਸੀਂ ਇੱਕ ਚੀਜ਼ ਨੂੰ ਦੂਜੀ ਚੀਜ਼ ਕਨਫਿਊਜ਼ ਨਾ ਕਰੋ। ਮੈਂ ਵੀ ਨੱਡਾ ਸਾਹਿਬ ਨਾਲ ਗਿਆ ਸੀਗਾ ਜਦੋਂ ਪਿੱਛੇ ਮੈਂ ਵੀ ਗਿਆ ਸੀ ਨੱਡਾ ਜੀ ਨਾਲ। ਪਰ ਕਿਸੇ ਦੇ ਘਰ ਅਫਸੋਸ ਕਰਨ ਜਾਣ ਵਾਸਤੇ ਤੁਸੀਂ ਆਪਣੀ ਹਿਊਮਨ ਲੈਵਲ 'ਤੇ ਉਹਨਾਂ ਦਾ ਸਾਥ ਦੇਣਾ ਤੇ ਪੋਲੀਟੀਕਲ ਗਠਬੰਧਨ ਬੜੀ ਅਲੱਗ ਚੀਜ਼ਾਂ ਹੈਗੀਆਂ। ਅਗਰ ਇੰਜ ਹੋਏ ਤਾਂ ਸਭ ਪੋਲੀਟਿਕਸ 'ਚ ਕਿਸੇ ਦੇ ਘਰ 'ਚ ਵੀ ਅਫਸੋਸ ਕਰਨਾ, ਪੋਲੀਟੀਕਲੀ ਕਾਊਂਟ ਨਹੀਂ ਕਰ ਸਕਦੇ ਆਪਾਂ। ਨਹੀਂ, ਤੁਹਾਡੇ ਕਹਿਣ ਦਾ ਭਾਵ ਇਹ ਹੈ। ਅਰਵਿੰਦ ਕੇਜਰੀਵਾਲ ਨੇ ਲਗਾਤਾਰ ਬਦਲਾਓ ਦੀ ਗੱਲ ਕੀਤੀ ਕਿ ਬਦਲਾਓ ਲੈ ਕੇ ਆਵਾਂਗੇ। ਪੰਜਾਬ ਦੇ ਬਦਲਾਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਦਿੱਲੀ ਬੈਠ ਕੇ? ਤੁਸੀਂ ਮੈਨੂੰ ਸੀਰੀਅਸਲੀ ਸਵਾਲ ਪੁੱਛ ਰਹੇ ਹੋ ਕਿ ਨਹੀਂ ਤੁਸੀਂ ਥੋੜਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਮੈਂ ਦੱਸ ਦੇਣਾ ਕੇਜਰੀਵਾਲ ਸਾਹਿਬ ਦੀ ਕਿਹੜਾ ਬਦਲਾਅ ਸੀਗਾ। ਕੇਜਰੀਵਾਲ ਜੀ ਦਾ ਸ਼ੁਰੂਆਤ ਕਿੱਥੇ ਹੋਈ ਹੈ ਮੈਨੂੰ ਦੱਸੋ। ਇੱਕ ਅੰਨਾ ਹਜ਼ਾਰੇ ਜੀ ਨੇ ਭ੍ਰਸ਼ਟਾਚਾਰ ਦੇ ਖਿਲਾਫ ਇੱਕ ਅੰਦੋਲਨ ਚਲਾਇਆ ਸੀ, ਯਾਦ ਹੋਣਾ ਤੁਹਾਨੂੰ ਜੀ। ਉਹਦੇ 'ਚ ਕੇਜਰੀਵਾਲ ਜੀ ਵੀ ਬੈਠੇ ਸੀਗੇ ਉਸ ਅੰਦੋਲਨ ਨੇ। ਕੇਜਰੀਵਾਲ ਜੀ ਨੂੰ ਪੁੱਛਿਆ ਕਿਸੇ ਨੇ, ਤੁਸੀਂ ਜਾ ਕੇ ਪੋਲੀਟਿਕਸ ਕਰਨੇ ਜਾ ਰਹੇ ਹੋ? ਕਹਿੰਦਾ ਨਹੀਂ ਮੇਰਾ ਪੋਲੀਟਿਕਸ से कोई लेना देना नहीं है। ठीक है, केजरीवाल जी ने जो नुकसान पहुंचाया है साडे देश की राजनीति ਨੂੰ, मैं ਹੁਣ ਦਿੱਲੀ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਦਾ ਜਿਹੜਾ ਮਾਡਲ ਹੈਗਾ ਉਹ ਹੈ ਰੇਵੜੀਆਂ ਵੰਡਣ ਦਾ ਮਾਡਲ। ਹੁਣ ਦਿੱਲੀ ਜੋ ਗੜਬੜ ਹੋਈ ਹੈ, ਦੇਖੋ ਜਦੋਂ ਸਾਨੂੰ ਮਹਾਮਾਰੀ ਦਾ ਸਾਹਮਣਾ ਕਰਨਾ ਪਿਆ, केजरीवाल जी ने कहा कि बहुत ऑक्सीजन की कमी है। दिल्ली की आबादी कितनी हुई? 2 करोड़। उत्तर प्रदेश की आबादी है 20 करोड़। इन्होंने उत्तर प्रदेश तो ज़्यादा ऑक्सीजन जी है दिल्ली च इन्होंने इंडेंट की है जी। बाकी इन्होंने मुहल्ला क्लिनिक जोड़े वर्ल्ड क्लास सीगे वो तो ठप हो गए जो कोविड दे महामारी आया। केजरीवाल जी ने ਹੁਣ मैं उन्होंने पर्सनल लेवल पर नहीं दा रहा, पर वो कहते मैं बड़ा सिंपल आदमी हूँ। वो की कहते वैगन एक्स वैगन आर अगली सीट बैठांगा, वो मफलर पा के रख दो। वो तुसी देखा दिल्ली च उन्होंने जो उन्होंने की क्या कहते हैं उसको शीश मालिया और जो बना। केजरीवाल जी दे 2 मंत्री इस वक्त बंद ने, एक जैन साहब तो एक शायद सिसोदिया जी। ठीक है, पता नहीं और किन्ने अंदर जान गए, पर मैं समझना केजरीवाल जी ने जो नुकसान पहुंचाया है पंजाब ਨੂੰ पिछले 13 ਮਹੀਨਿਆਂ 'ਚ ਉਹਨੂੰ ਹੱਲ ਕਰ ਦਿਆਂ। अगर कल केजरीवाल जी पता कितने बदलाव ला रहे हैं, कदे इत्थे बदलाव हो जाता है केजरीवाल जी की सरकार जी गिर जाती है, उसनों भी रिपेयर कर रहे हैं। क्यों? ਜਦੋਂ ਚੁਣਾਵ ਹੋਏ ਸੀਗੇ ਉਸ ਵਕਤ ਇਹ ਕਹਿੰਦੇ ਸੀਗੇ ਸਾਡਾ ਜਿਹੜਾ ਕਰਜ਼ਾ ਹੈਗਾ 2,81,000 ਕਰੋੜ ਦਾ। ਉਸ ਵਕਤ ਹੀ ਮੈਨੂੰ ਕੈਪਟਨ ਸਾਹਿਬ ਕਹਿੰਦੇ ਸੀਗੇ, ਕਹਿੰਦਾ ਇਹ 2,81,000 ਕਰੋੜ ਦਾ ਕਰਜ਼ਾ ਨਹੀਂ ਹੈ, ਜ਼ਿਆਦਾ ਦਾ ਹੈ, ਜ਼ਿਆਦਾ ਦਾ ਹੈ। ਇਸ ਵਕਤ ਹਾਲਤ ਇਹ ਹੈ ਕਿ ਮਾਨ ਸਾਹਿਬ ਦੇ ਖਿਲਾਫ ਉਹ ਆਪਣੇ ਘਰ ਸੰਗਰੂਰ ਨਹੀਂ ਜਾ ਸਕਦੇ ਕਿਉਂਕਿ ਕਿਸਾਨਾਂ ਨੇ ਉਹਨਾਂ ਦੇ ਘਰ ਦੇ ਬਾਹਰ ਘੇਰਾ ਲਗਾਇਆ ਹੋਇਆ ਸੀ। ਹੁਣ ਦੇਖੋ ਮੈਂ ਇੱਥੇ ਤੁਹਾਡੇ ਸਟੂਡੀਓ 'ਚ ਆਉਣ ਤੋਂ ਪਹਿਲੇ 3 ਕਿਸਮ ਦਾ ਪ੍ਰੋਟੈਸਟ ਹੋ ਰਿਹਾ। ਠੀਕ ਹੈ, ਇਹ ਸਰਕਾਰ ਦੀ ਐਕਸ਼ਨ ਸੇ ਕਿੰਨਾ ਹੈਗਾ। ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਕੋਈ ਆ ਕੇ ਕਹਿੰਦਾ
वादे करके कि मैं नशा मुक्ति करवा दूंगा, मैं हर घर को ये दे दूंगा, मैं ये फ्री दे दूंगा। ਮੈਨੂੰ लगता है कुछ साढ़े विचों ह्यूमन फीलिंग है, असं लोग कहने यार बड़ा अच्छा टाइम आएगा, सब कुछ मुफ्त हो जाएगा। पर सवाल ये पूछना चाहिए है कि अगर तुहानू कोई चीज़ मुफ्त मिल रही है तो वो कित्थों आ रही है, उसका पैसा कौन लगा रहा है। इत्थे मैं समझना इस समय पंजाब के सामने बड़े चैलेंजेस ने, बड़े चैलेंजेस है। ये जड़ियाँ हुण मैं रिलीजियस सेंसिटिविटी नहीं जाना से, कुछ उत्थे इशूज़ है, कुछ बेसिक फाइनैंशियल मैनेजमेंट दियाँ प्रॉब्लम्स ने, पर उस सब तो ज़्यादा ये जी डिटीरियोरेटिंग लॉ एंड ऑर्डर सिचुएशन है, इन्होंने बहुत ही हानि पहुँचाई है पंजाब नूं, ते ये कंट्रोल नहीं कर पा रहे। एक सेंसिटिव बॉर्डर स्टेट है, तो इत्थे जिहड़ा देखियो अगर तुसी लॉ एंड ऑर्डर नूं संभाल लैंदे हो तो लोग आके इत्थे इन्वेस्टमेंट भी करना चाहणगे। बिल्कुल हुण की हो रहा है, वो जिहड़ी इंडस्ट्री बची हुई है थोड़ी जी, वो भी पंजाब तो निकल के जा रही है जी। इसकी जिम्मेवारी कौन लेगा। पर ਜਿਹੜੀ ਵੀ ਸਰਕਾਰ ਪੂਰੀ ਸਾਹਿਬ ਪੰਜਾਬ ਦੇ ਅੰਦਰ ਬਣਦੀ ਆ, ਉਹ ਸੈਂਟਰ ਦੇ ਬਾਰੇ ਇੱਕ ਪਰਸੈਪਸ਼ਨ ਬਣਾਉਂਦੀ ਹੈ ਕਿ ਸੈਂਟਰ ਸਾਨੂੰ ਸਪੋਰਟ ਨਹੀਂ ਕਰਦਾ, ਸਾਨੂੰ ਮਾਲੀ ਤੌਰ ਤੇ ਮਦਦ ਨਹੀਂ ਕੀਤੀ ਜਾਂਦੀ, ਸਾਡਾ ਰੂਰਲ ਡਿਵੈਲਪਮੈਂਟ ਫੰਡ ਰੋਕ ਲਿਆ ਜਾਂਦਾ ਹੈ, ਹੈਲਥ 'ਚ ਪੈਸਾ ਨਹੀਂ ਦਿੱਤਾ ਜਾਂਦਾ। ਇਹਨਾਂ ਦੀਆਂ ਗੱਲਾਂ ਸਾਰੀਆਂ ਸੁਣ ਲਓ। ਮੈਂ ਜਦੋਂ ਪਿਛਲੀ ਵਾਰੀ ਪ੍ਰਚਾਰ ਕਰਨ ਆਇਆ ਸੀ ਇੱਕ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਦੇ ਫਾਰਮ ਵਿੱਚ ਜੀ, ਮੈਂ ਉਸ ਵਕਤ ਅਸੀਂ ਇਹ ਕਿਹਾ ਸੀ, ਉਸ ਵਕਤ ਸ਼ਾਇਦ ਮੈਨੂੰ ਯਾਦ ਹੈ ਕਿ ਸਾਡਾ ਜਿਹੜਾ ਕੈਪੀਟਲ एक्सपेंडिचर फंड हैगा केंद्रीय सरकार का, वो शायद 5 लाख करोड़ तो 7.5 लाख करोड़ बनया सीगा, आज वो 10 लाख करोड़ है जी। मैं उत्ते कहा सी स्टेट गवर्नमेंट तुसी प्रपोजल बनाओ वड्डे इंफ्रास्ट्रक्चर प्रोजेक्ट्स का, सेंट्रल गवर्नमेंट तुहानू मदद करेगी। इन्होंने पिछले 13 महीने इन्होंने पूछना एक भी प्रोजेक्ट प्रपोजल भेजा, तुहानू कुछ नहीं भेजा, कुछ कोई एक भी प्रोजेक्ट प्रपोजल नहीं है। जो ਜਿਹੜੀਆਂ ਸਾਡੀਆਂ ਸੈਂਟਰਲ ਸਕੀਮਸ ਹੈਗੀਆਂ ਮੈਂ ਤੁਹਾਨੂੰ ਭੇਜਣ ਲੱਗਾ, ਮੈਂ ਇੱਕ ਆਰਟੀਕਲ ਵੀ ਲਿਖਾਂਗਾ ਤੁਹਾਡੇ ਵਾਸਤੇ ਜੀ। ਸਾਰੀਆਂ ਸਾਡੀਆਂ ਕੇਂਦਰ ਦੀ ਸਕੀਮ ਇੱਥੇ ਆਪਰੇਸ਼ਨਲ ਹੈਗੀਆਂ ਜੀ, ਠੀਕ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਮਾਰਟ ਸਿਟੀ ਪ੍ਰੋਜੈਕਟ, ਸਵਨਿਧੀ ਸਕੀਮ। ਪਰ ਸੈਂਟਰ ਕੀ ਕਰੇਗਾ? ਸੈਂਟਰ ਤੁਹਾਨੂੰ ਦੇਣ ਨੂੰ ਤਿਆਰ ਹੈ, ਸਕੀਮ ਤਾਂ ਤੁਸੀਂ ਇੰਪਲੀਮੈਂਟ ਕਰੋਗੇ। ਹੁਣ ਅਗਰ ਤੁਹਾਡੀਆਂ ਆਦਤਾਂ ਖਰਾਬ ਪੈ ਗਈਆਂ ਹੋਣ, ਇਹਦੀ ਸੈਂਟਰ ਥੋੜਾ ਡੀਐਨਐਸ ਸੁਧਾਰੇਗਾ। ਸਮਾਰਟ ਸਿਟੀ ਤੇ ਵੀ ਪੁਰੀ ਸਾਹਿਬ ਪਤਾ ਲੱਗਿਆ ਕਿ ਜਿਹੜੀ ਤੁਸੀਂ ਮੈਚਿੰਗ ਗ੍ਰਾਂਟ ਦਿੰਦੇ ਹੋ ਉਹ ਪੈਸਾ ਵਾਪਸ ਚਲਾ ਗਿਆ? ਨਹੀਂ, ਵਾਪਸ ਨਹੀਂ ਚਲਾ ਗਿਆ, ਪਰ ਜੋ ਜਿੰਨੀ ਯੂਟਿਲਾਈਜੇਸ਼ਨ ਹੋਣੀ ਚਾਹੀਦੀ ਨਹੀਂ ਹੋਈ ਹੈ। ਔਰ ਜਲੰਧਰ ਦੀ ਜਿਹੜੀ ਸਮਾਰਟ ਸਿਟੀ ਹੈ 100 ਹੈਗੀਆਂ ਸਾਡੇ ਟੋਟਲ, ਜਲੰਧਰ ਲੁਧਿਆਣਾ ਤੇ ਅੰਮ੍ਰਿਤਸਰ ਫਿਰ ਵੀ ਨਹੀਂ ਬਣ ਸਕੇ। 84 ਤੇ 86 ਪੋਜੀਸ਼ਨ ਤੇ ਹੈ ਜੀ। ਬਾਕੀ ਸਟੇਟ 'ਚ ਕਿਉਂ ਨਹੀਂ ਨੇ? ਦੇਖੋ ਡਿਵੈਲਪਮੈਂਟ ਦੀ ਤਰਫ ਪੰਜਾਬ ਦੀ ਸਰਕਾਰ ਦੀ ਐਡਮਿਨਿਸਟ੍ਰੇਸ਼ਨ ਦਾ ਧਿਆਨ ਗਿਆ ਹੀ ਨਹੀਂ ਹੈ। ਤੇ ਉਹਦੇ ਬਾਅਦ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹਦੇ ਮੈਂ ਸਿਰਫ ਉਹਨਾਂ ਨੂੰ ਨਹੀਂ ਬਲੇਮ ਕਰਦਾ, ਉਹ ਪਹਿਲੇ ਜਿਹੜੀ ਕਾਂਗਰਸ ਦੀ ਸਰਕਾਰ ਸੀਗੀ, ਉਹ ਹੈਲੇਲੂਇਆ ਕੀ ਨਾਮ ਚੰਨੀ ਸਾਹਿਬ ਜਿਹੜੇ ਸੀਗੇ, ਉਹਦੇ ਪਹਿਲੇ ਅਕਾਲੀ ਵੀ ਸੀਗੇ। ਤੇ ਇਹ ਓਵਰ ਅ ਪੀਰੀਅਡ ਆਫ ਟਾਈਮ ਕਲੈਕਟਿਵਲੀ ਅਕਿਊਮੂਲੇਟਿਡ ਪ੍ਰੋਬਲਮਸ ਹੋਈਆਂ ਨੇ। ਪਰ ਕੇਜਰੀਵਾਲ ਜੀ ਸਾਹਮ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਆਈ ਹੈ, ਇੱਥੇ ਲਾਅ ਐਂਡ ਆਰਡਰ ਨੂੰ ਲੈ ਕੇ, ਫਾਈਨੈਂਸ਼ੀਅਲ ਮੈਨੇਜਮੈਂਟ ਨੂੰ ਲੈ ਕੇ ਇੰਨੀ ਖਰਾਬ ਸਥਿਤੀ ਪੰਜਾਬ ਦੀ ਜਿੰਨੀ ਅੱਜ ਹੈ ਮੈਂ ਸਮਝਦਾ ਕਦੇ ਵੀ ਨਹੀਂ ਸੀਗੀ। ਪੰਜਾਬ ਦੇ ਲਈ ਬੀਜੇਪੀ ਦਾ ਬਲੂਪ੍ਰਿੰਟ ਕੀ ਹੈ ਪੁਰੀ ਸਾਹਿਬ? ਪੰਜਾਬ ਐਗਰੇਰੀਅਨ ਸਟੇਟ ਹੈਗੀ ਹੈ, ਖੇਤੀਬਾੜੀ ਸਭ ਤੋਂ ਮੁੱਖ ਧੰਦਾ ਇੱਥੇ ਹੈਗਾ। ਜਲੰਧਰ ਦੀ ਆਪਾਂ ਗੱਲ ਕਰੀਏ ਤਾਂ ਵਪਾਰੀ ਤਬਕਾ ਇੱਥੇ ਬੈਠਾ ਹੋਇਆ। ਬੀਜੇਪੀ ਦਾ ਬਲੂਪ੍ਰਿੰਟ ਕੀ ਹੈਗਾ ਕਿ ਇਹਨਾਂ ਨੂੰ? ਬੀਜੇਪੀ ਦਾ ਬਲੂਪ੍ਰਿੰਟ ਪੰਜਾਬ ਵਾਸਤੇ ਅਸੀਂ ਸੈਪਰੇਟਲੀ ਪਿਛਲੀ ਵਾਰੀ ਜਦੋਂ ਇੱਥੇ ਚੁਣਾਵ ਲੜਨਾ ਸੀ ਦੱਸਦਾ ਸੀ, ਅਸੀਂ ਐਗਰੀਕਲਚਰ ਨੂੰ ਪੂਰਾ ਸਪੋਰਟ ਕਰਾਂਗੇ। ਇਹਨਾਂ ਨੇ ਬਹੁਤ ਝੂਠ ਤੇ भ्रम फैलाया कि मंडियाँ बंद हो जाएंगी, MSP बंद हो जाएगी। MSP जिन्नी प्रोक्योरमेंट हुई है पिछले जिवारी जिन्नी प्रोक्योरमेंट होती उस तो भी रिकॉर्ड अगे चला गया। मंडियाँ भी चल रही ने, व्यापारियों को भी असी सपोर्ट कर रहे हैं। जो भी होएगा पंजाब वास्ते, पंजाब तो सारे कंट्री वास्ते, बट स्टेट गवर्नमेंट अपनी भी तो डिवेलपमेंट ओरीएंटेशन कुछ होनी चाहिए है। मैं तुहानूं कहा असी कैपिटल डिवेलपमेंट फंड जिहड़ा हैगा साडा, अगर जिन्ना पैसा उत्थे तुसी प्रोजेक्ट बनाओ, फिर अगर सेंटर तुहाडा साथ नहीं देंदी तो करो, पर तुसी वो तो है ही नहीं। वो तो कहते कि हम कर्जा उठाएंगे। इन्होंने की कीता सीगा पेट्रोलीयम सैक्टर कांग्रेस की सरकार ने, ਜਦੋਂ 2004 ਤੇ 14 ਵਿੱਚ ਸੀਗੀ, ਜਦੋਂ ਇੰਟਰਨੈਸ਼ਨਲ ਦਾਮ ਵਧੇ ਤੇ ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਕਿਹਾ ਕਿ ਅਸੀਂ ਆਇਲ ਬੌਂਡ ਫਲੋਟ ਕਰਨਾ। ਆਇਲ ਬੌਂਡ ਕੀ ਫਲੋਟ ਕੀਤੇ? 1,41,000 ਕਰੋੜ। ਤੇ ਕੀ ਕੀਤਾ? ਦਾਦਾ ਕਰਜ਼ਾ ਲੈ ਤੇ ਪੋਤਾ ਆ ਕੇ ਉਹਨੂੰ ਕਰਜ਼ੇ ਨੂੰ ਮੁਕਾਏਗਾ। ਇਹੋ ਜਿਹੀ ਪੋਲਿਟਿਕਸ ਕਰਦੇ ਨੇ
जी अज जिहड़ा ओपोजिशन कह दी है कि तेल की कीमत बड़ी वध गई, गैस की कीमत बड़ी वध गई जी, डीजल महंगा हो गया, तुहाडा तां महकमा पुरी साहब इहदे च लॉजिक की है? देखो पहली गल तो इन्हां जो भी इहो जी गल करते हैं उन्होंने पहले थोड़ा समझाओ, पहले उन्होंने कहो पहले तुसीं तय कर लो कि तुसीं किस चीज़ ते गल कर रहे हो। अगर तुसीं पाइप्ड गैस ते कर रहे हो, पाइप्ड गैस ऑलरेडी मानू जो लग रहा है कोई 10-12% सिलेंडर गैस तो घट होंदी सी, वो पिछे असी कैबिनेट ने एक निर्णय लिता, असी वो 10% होर घट करती है और फार्मूला चेंज करता है। इस महीने गैस प्राइस वधनी सी 19 रहेगी, ठीक है। दूजा डायरा कमर्शल सिलेंडर का जोड़ा दाम हैगा वो 171 रुपए के करीब घट होया है, पर यह मार्केट डिसीजन है, ये जड़ियाँ कंपनीज होंदियां ने उन्हां दा डिसीजन है। बाकी ਜਿਹੜੇ पेट्रोल तो डीजल देखो इस वक्त सिचुएशन ये है, ਅਸੀਂ 85% अपना क्रूड ऑयल इंपोर्ट करने हैं तो इंटरनेशनल प्राइसिस वधिया ने, पर इंडिया तो पिछले एक साल दाम नहीं बढ़े। क्यों? क्योंकि मोदी जी सरकार ने सेंट्रल एक्साइज 2 बार नवंबर 2021 विच ते मई 2022 विच एक्साइज कट किया। जी बीजेपी रूल स्टेट सीगिया उन्होंने भी अपना वैट घटाया, तो इस वक्त यह जो बीजेपी रूल स्टेट जी है उत्थे डीजल ते पेट्रोल का दाम बाकी नॉन स्टेट्स तो 10 रुपए घट है। तुसीं कंपेयर कर लो, बेशक वेस्ट बंगाल का आप उत्तर प्रदेश नाल कंपेयर कर लो, तो बीजेपी की सरकार जो भी कर सकती है दाम घट करन वास्ते उन्होंने किया, पर स्टेट्स की भी कुछ जिम्मेवारी बनती है। देखो ये पीने वाली दारू ते पेट्रोल ये 2 रेवन्यू दियां सोर्सिस होंदियां ने, पर कुछ इहो जिहियां साडियां सरकारां ने हुण असी जो पंजाब नूं असी एथेनॉल वास्ते शुगर देने आ, वो एथेनॉल बनाने की जगह वो पोर्टेबल एल्कोहल पीने वाले एल्कोहल लगा देंगे। इस असी की करिए? देखो इस वक्त मैं निंदा नहीं कर रहा क्योंकि पोलिटिकली नवी पार्टी हैगी, बट इन्होंने सेंस ऑफ रिस्पॉन्सिबिलिटी शो करनी पेगी। सब तो पहले तो लॉ एंड ऑर्डर ते इन्होंने जिम्मेवारी नाल काम करना पेगा। इन्होंने कुछ लगता सीगा कि ये जोड़े साडे फ्रिंज एलीमेंट्स है जोड़े इंस्पिरेशन बाहर तो लेंदे ने इन्हां नाल मिल जुल के कुछ है, पर यह बड़ी महंगी पेगी। दूजा फाइनैंशियल मैनेजमेंट जो हैगी, फिस्कल प्रूडेंस, तुसी खर्चा उन्ना करो जिन्हें तुहाडा मतलब तुसी दर्जी कोल जाने हो तो अपना कोट बनाओ, देख तो लो पहले कपड़ा कितना है, नहीं तो पहले कपड़े का इंतजाम करो फिर दर्जी कोल जाओ। जी एक मसला मैं तुहाडे ध्यान च लियाउणा चाहुंदा है कि ਜਦੋਂ नरेंद्र मोदी जी ने गल कही सी कि हवाई चप्पल वाला भी हवाई जहाज़ 'ਚ बैठेगा तो इत्थों एयरपोर्ट सारे ऑपरेशनल हो गए सी। जलंधर की गल करिए, आप बठिंडा की गल करिए तो लुधियाना हजे नॉन ऑपरेशनल हैगा। ये तिन्नों तो फ्लाइट्स जिहड़ियां ने वो बंद हो गई। पुरी साहब तुहाडे ध्यान 'ਚ मसला है कि इसकी वजह की रही है? देखो सिविल एविएशन हुण मैं तो सिविल एविएशन मंत्री रहा 2 साल रहा, तो इन्हां 'चों कुछ हवाई अड्डे जिन्हां की तुसीं गल कर रहे हो वो मेरे टाइम ते ही शुरू होए सीगे। होया कि फिर कोविड के दौरान जो पैसेंजर घट गए तो हुण एयरलाइन साडियां सारियां हुण प्राइवेट सैक्टर ने। पर मैं तुहानूं विश्वास नाल कह सकना कि जिथे भी ट्रैफिक की डिमांड हैगी उतों फ्लाइट चलानी कोई मुश्किल नहीं है। प्रॉब्लम तुहाडी की हैगी, हुण तुसीं जलंधर का एरिया देख लो, 1-1.5 घंटे दूर अमृतसर इंटरनेशनल एयरपोर्ट है, 1-1.5 घंटा 2 घंटे दूर देख लो चंडीगढ़ का हैगा, अगर 2 घंटे होर लाओ तो दिल्ली का हैगा। तो एक एरिया विच इंटरनेशनल हब ज़्यादा नहीं हो सकते। डोमैसटिक फ्लाइट्स की जिहड़ी वायबिलिटी है मैं समझना चलते चलते हुण तुसीं अगर मान लो अगर तुसीं दिल्लियों चलते हो, दिल्ली जिहड़ा हब है मेरे हिसाब नाल सारा नॉर्थ इंडिया कवर करता, उन्होंने सप्लीमेंट करता चंडीगढ़ इंटरनेशनल एयरपोर्ट जिहड़ियां आस्ट्रेलिया की तरफ फ्लाइट जांदियां ने, फार ईस्ट जांदियां ने, अमृतसर एयरपोर्ट जिहड़ियां सारियां वेस्ट ते लंडन ते कैनेडा फ्लाइट जांदियां ने। इसलिए ये फाइनैंशियल वायबिलिटी की गल है। सरकार की तरफों हमेशा कोशिश यही होंगी कि साड़ी जिहड़े भी शहर है उन्होंने ज़्यादा ज़्यादा फैसिलिटीज़ मिलन ते फ्लाइट्स होण। मेरा एक आखिरी तो पुरी साहब निजी सवाल तुहाडी जिंदगी नाल जुड़िया होया है। कई बार बंदे का अपना स्टेचर ही बहुत वड्डा हुंदा है तो सुभावक है, तुसीं भी डिप्लोमेट रहे हो, तुहाडा बड़ा वड्डा रैंक रहा और तुहाडे मिसिज भी UN दे विच बड़े सैकेंड हाईएस्ट रैंक ते रहे है। तुहाडे पोलीटिकल झुकाअ दा कारण की रहा? पोलीटिकल आंच कहा कि मैं पॉलिटिक्स आया थोड़ा ना जी, मैं तो इत्थे पैदा होया सीगा जी, मैं फॉरेन सर्विस बाद च गया। हाँ जी। नहीं मेरा इंज है कि मैं जो दिल्ली यूनिवर्सिटी पढ़दा सीगा तो मैं मेरा स्टूडेंट एक्टिविज़म स्टूडेंट पॉलिटिक्स मेरा
ਮੇਰੀ ਬੜੀ ਦਿਲਚਸਪੀ ਸੀਗੀ ਤੇ ਮੈਂ ਐਕਟਿਵਿਸਟ ਸੀਗਾ ਤੇ ਮੈਂ ਤਾਂ ਵਿਦਿਆਰਥੀ ਪਰਿਸ਼ਦ ਦੇ ਦੀ ਮਤਲਬ ਪਰਿਵਾਰ ਚੋਂ ਆਇਆ तो अगर मैं ऑलरेडी पॉलिटिक्स सीगा तो मैं थोड़ी देर वास्ते बाहर गया सी फिर वापस आ गया ये मैं नवा नहीं जुड़िया नहीं मैं थोड़ा मेरे सवाल यही सीगा कि ਤੁਹਾਡਾ ਸ਼ੁਰੂ ਤੋਂ ਝੁਕਾ ਕੇ ਮੇਰੇ ਸਕੂਲ ਟਾਈਮ ਤੋਂ ਕਾਲਜ ਟਾਈਮ ਤੋਂ ਹੀ ਮੈਂ ਇਹੀ ਜਾਨਣਾ ਚਾਹੁੰਦਾ ਸੀ ਸੀਗਾ ਮੈਂ ਐਟਲੀਸਟ ਸਕੂਲ ਵਿੱਚ ਤੇ ਕੋਈ ਪੋਲੀਟੀਕਲ ਐਕਟੀਵਿਟੀ ਨਹੀਂ ਹੁੰਦੀ ਤੇ ਮੈਂ ਸਕੂਲ 15 ਸਾਲ ਦੀ ਉਮਰ ਤੇ ਛੱਡਤਾ ਸੀਗਾ ਮੈਂ ਦਿੱਲੀ ਯੂਨੀਵਰਸਿਟੀ ਜੁਆਇਨ ਕੀਤੀ ਹੈ 1968 ਜਦੋਂ ਮੇਰੀ 16 ਸਾਲ ਉਮਰ ਸੀ ਜੀ 68 to 71 BA ਆਨਰਸ ਦਾ ਮੈਂ ਸਟੂਡੈਂਟ ਸੀਗਾ ਦਿੱਲੀ ਯੂਨੀਵਰਸਿਟੀ 71 to 73 ਉਸ ਦੌਰਾਨ ਉਨ 5 ਸਾਲਾਂ ਵਿੱਚ ਜਿਹੜੀਆਂ ਪੋਲੀਟੀਕਲ ਅਫੀਲੀਏਸ਼ਨਸ ਹੁੰਦੀਆਂ ਲੀਨਿੰਗਸ ਹੁੰਦੀਆਂ ਨੇ ਉਹ ਮੇਰੀਆਂ ਉਸ ਵਕਤ ਹੋਈਆਂ ਸੀ ਤੇ ਮੈਂ ਦਿੱਲੀ ਯੂਨੀਵਰਸਿਟੀ ਇਲੈਕਸ਼ਨ ਵੀ ਲੜਿਆ ਸੀਗਾ ਆਫਿਸ ਬੇਅਰਰ ਵੀ ਸੀਗਾ ਹਿੰਦੂ ਕਾਲਜ ਵਿੱਚ ਤੇ ਉਹਦੇ ਬਾਅਦ ਮੈਂ 1 ਸਾਲ ਯੂਨੀਵਰਸਿਟੀ ਪੜ੍ਹਾਇਆ ਤੇ ਮੈਂ ਬਾਹਰ ਗਿਆ ਮੈਂ IAS ਦਾ ਇਮਤਿਹਾਨ ਦਿੱਤਾ ਤੇ ਮੈਂ ਗਿਆ ਤੇ ਉਸ ਲਈ ਮੈਂ वापस आया पॉलिटिक्स हाँ जी ये नहीं कि मैं शुरू पहली बार ही जुड़िया पॉलिटिक्स जी और मैडम ने भी बड़े हाईएस्ट रैंक तो रिजाइन किया नहीं इंजा लक्ष्मी दी जो असी UPSC ਦਾ ਇਮਤਿਹਾਨ ਦਿੱਤਾ ਸੀਗਾ she was an all India topper जी ਸੈਕੰਡ ਰੈਂਕ ਤੇ ਸੀਗੇ ਤੇ ਉਹਨਾਂ ਨੇ ਵੀ ਮੇਰੇ ਨਾਲ ਉਸੇ ਦਿਨ ਫੋਰਨ ਸਰਵਿਸ ਜੁਆਇਨ ਕੀਤੀ ਸੀ ਪਰ ਉਹਨਾਂ ਨੇ ਕੁਝ ਸਾਲ ਪਹਿਲੇ फॉरेन सर्विस तो इस्तीफा देके UN ज्वाइन कर लिया सी जी तो जो मनु मोदी जी ने अपने टीम में लिया सितंबर 2017 की गल कर रहे हैं उस वक्त शी वाज असिस्टेंट सेक्रेटरी जनरल इन द UN जी क्योंकि मनु उन्होंने टीम लिया उन्होंने लगा तो उन्होंने फिर इस्तीफा देके आ गए सी वापस जी बहुत बहुत मेहरबानी पुरी साहब जगबानी नाल गलबात करने लई तुहाडा बहुत बहुत धन्नवाद थैंक यू वेरी मच।